सतनाम श्री वाहिगुरु साहिब जीओ। जेता समुंद सागर नीर भरिया, तेते अवगुण हमारे। दया करो किछ मेहर उपावो, डुबदे पत्थर तारे। जियड़ा गुन बराबर तपै, भीतर वगै घाती। प्रणबद्ध नानक हुक्म पछाणै, सुख होवै दिन राती। प्रणबद्ध नानक हुक्म पछाणै, सुख होवै दिन राती। जुग जुग टल चवर छत्र तखत दे मालक, दसां पातशाहियां जी दी जोत हाजर नाजर। श्री गुरु ग्रंथ साहिब महाराज जी दे पावन पवित्र सतगुरां दे सन्मुख हजूरी अंदर जुड़ बैठे गुरु प्यारी, गुरु सवारी, गुरु की साजी साज के नवाजी। गुरु का खास रूप खालसा साध संगत जीओ। आओ कुछ समय लई सतगुरु जी दे पावन पवित्र चरण कमलां दे नाल मन वृद्धियां कागर करके जुड़ करके बहन दी कृपालता करिए। समय और सुहासन नूं सफला करिए। सतगुरां दियां खुशियां प्राप्त करना करिए। चल रही लड़ीवार शब्द विचार कथा गुरबाणी सरवण करिए और आपो अपना मनुखा जन्म जीवन सफला करना करिए। आप संगत ने जो हुण तक लड़ीवार शब्द विचार कथा गुरबाणी सरवण कीती है, वो विचार इथों तक सी कि जिस वेले सतगुरु गुरु हरगोबिंद महाराज छेवें पातशाह मेरी पीरी दे धारनी सतगुरु गुरु हरगोबिंद महाराज जी सतगुरु जी रोहेले नगर विखे विराजमान है। सतगुरु जी ने बहुत सुंदर उथे किला उसारण कीता है, जिथे सतगुरु जी वड्डे नगर नूं बसाउणा चाहुंदे ने। व्यासा नदी दे किनारे रोहेले नगर विखे ते इथे सतगुरु गुरु हरगोबिंद महाराज जी दे दूजी जंग दे विच ਜਿਹੜੇ बहुत प्यारे घोड़े सन ਉਹ शहीद हो चुके सन। ਤੇ ਇੱਥੇ ਹੀ ਸਤਿਗੁਰੂ ਜੀ ਵਾਸਤੇ ਕਹਿੰਦੇ ਭਾਈ ਸੁਭਾਗਾ ਗੁਰੂ ਸਤਿਗੁਰ ਦਾ ਸੇਵਕ ਹੈ, ਜੋ ਕਿ ਇਧਰ ਪੱਛਮ ਬਲ ਦੇ ਇਲਾਕੇ ਬਲ ਦੀ ਸੰਗਤ ਦੇ ਨਾਲ ਆਇਆ ਤੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀ ਛੇਵੇਂ ਪਾਤਸ਼ਾਹ ਵਾਸਤੇ 5 ਘੋੜੇ ਲੈ ਕੇ ਆਇਆ। क्योंकि सतगुरु जी घोड़ियां की तलाश विच सन, चंगे वधिया फुर्तीले वधिया नस्ल के घोड़े प्राप्त होण, जिहड़े सतगुरु जी आप रखण ते अपने सिखां नूं देण। ते सतगुरु जी उस घोड़े नूं बहुत याद करदे सन, जिहड़ा सतगुरु दा पहला घोड़ा सी जंग मैदान विच शहीद हो चुकिया सी। ਤੇ ਹੁਣ ਸਤਿਗੁਰੂ ਜੀ ਘੋੜੇ ਦੀ ਪ੍ਰਾਪਤੀ ਕਰਦੇ ਸਨ ਤੇ ਕਹਿੰਦੇ ਫਿਰ 5 ਘੋੜੇ ਉਹ ਸੇਵਕ ਲੈ ਕੇ ਆਇਆ। ਲੱਖ ਲੱਖ ਸਵਾ ਲੱਖ ਦੀ ਕੀਮਤ ਦੀ ਅਦਾ ਕਰਕੇ ਘੋੜੇ ਖਰੀਦ ਕੇ ਲੈ ਕੇ ਆਇਆ।
ਇੱਕ ਘੋੜਾ ਸਤਿਗੁਰੂ ਜੀ ਨੇ ਆਪ ਰੱਖ ਲਿਆ, ਇੱਕ ਬੇਦੀ ਚੰਦ ਨੂੰ ਦੇ ਦਿੱਤਾ, ਦੂਜਾ ਘੋੜਾ ਬਾਬਾ ਗੁਰਦਿੱਤਾ ਜੀ ਨੂੰ ਦੇ ਦਿੱਤਾ। ਤੇ ਉਸ ਤੋਂ ਉਪਰੰਤ ਕਹਿੰਦੇ ਇੱਕ ਘੋੜਾ ਪੈਂਦੇ ਖਾਂ ਪਠਾਨ ਨੂੰ ਦੇ ਦਿੱਤਾ। 4 ਘੋੜਿਆਂ ਦੀ ਇਦਾਂ ਸੇਵਾ ਲੱਗ ਗਈ। ਇੱਕ ਆਪ ਰੱਖ ਲਿਆ, ਦੂਜਾ ਬਿਧੀ ਚੰਦ ਨੂੰ ਦਿੱਤਾ, ਤੀਜਾ ਸ਼੍ਰੀ ਗੁਰਦਿੱਤਾ ਜੀ ਨੂੰ, ਚੌਥਾ ਪੈਂਦੇ ਖਾਂ ਪਠਾਨ ਨੂੰ ਦੇ ਦਿੱਤਾ। ਹੁਣ 5ਵਾਂ ਘੋੜਾ ਬਚਿਓ ਤਵੇਲੇ ਵਿੱਚ ਰੱਖ ਲਿਆ ਸਤਿਗੁਰੂ ਜੀ ਨੇ। ਸੋਨੇ ਦੀ ਕਾਠੀ ਪਾ ਕੇ, ਹੀਰੇ ਜੜਤ ਕਾਠੀ ਪਾ ਕੇ, ਕਹਿੰਦੇ ਵਧੀਆ ਸੁੰਦਰ ਉੱਚਾ ਲੰਮਾ ਫੁਰਤੀਲਾ ਚੰਗੀ ਨਸਲ ਦਾ ਘੋੜਾ ਸੀ ਉਹ। ਇੱਕੋ ਜੇ 5 ਘੋੜੇ ਸਨ। ਤੇ ਗੁਰੂ ਪਿਆਰਿਓ, ਜਿਸ ਵੇਲੇ ਸਤਿਗੁਰੂ ਜੀ ਨੇ ਤਵੇਲੇ ਵਿੱਚ ਵੈਸੇ ਹੀ ਰੱਖ ਲਿਆ ਤੇ ਦੇਖਣ ਵਾਲੇ ਦੇ ਮਨ ਦੇ ਅੰਦਰ ਉਹ ਛੇਤੀ ਦੇਣੇ, ਬਹੁਤ ਛੇਤੀ ਦੇਣੇ, ਕਹਿੰਦੇ ਮਨ ਨੂੰ ਮੋਹ ਲੈਂਦਾ ਸੀ। ਇਦਾਂ ਦਾ ਸੀ ਉਹ ਘੋੜਾ। ਤੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਸਤਿਗੁਰੂ ਜੀ ਵਿਰਾਜਮਾਨ ਨੇ ਰੋਹੇਲੇ ਨਗਰ ਵਿਖੇ। ਇਦਾਂ ਹੁਣ ਸਤਿਗੁਰੂ ਜੀ ਦੇ ਕੋਲ ਰੋਜ਼ਾਨਾ ਸੰਗਤ ਆਉਂਦੀ ਹੈ ਤੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ 6ਵੇਂ ਪਾਤਸ਼ਾਹ ਜੀ ਬੜੀਆਂ ਬਖਸ਼ਿਸ਼ਾਂ ਵਰਤਾਉਂਦੇ ਨੇ। ਇੱਕ ਦਿਨ ਕੀ ਹੋਇਆ ਤੇ ਚਲਦੇ ਚਲਦੇ ਸਮੇਂ ਦੇ ਅਨੁਸਾਰ ਕਹਿੰਦੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ 6ਵੇਂ ਪਾਤਸ਼ਾਹ ਸਤਿਗੁਰੂ ਜੀ ਵਿਰਾਜਮਾਨ ਸਨ। ਦੀਵਾਨ ਸਜਿਆ, ਸੰਗਤ ਇਕੱਤਰ ਹੋ ਕੇ ਵਿਰਾਜਮਾਨ ਸੀ, ਬੈਠੀ ਸੀ। ਤੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ 6ਵੇਂ ਪਾਤਸ਼ਾਹ ਸਤਿਗੁਰੂ ਜੀ ਨੇ ਬਚਨ ਉਚਾਰਨ ਕੀਤਾ। ਕਹਿੰਦੇ ਭਾਈ ਸੰਗਤੇ, ਤੁਹਾਡੇ ਵਿੱਚੋਂ ਕੋਈ ਇਦਾਂ ਦਾ ਸਿੱਖ ਹੈ ਜਿਹੜਾ ਕਿ ਸਾਨੂੰ ਸ਼ੁੱਧ ਗੁਰਬਾਣੀ ਸ੍ਰੀ ਜਪਜੀ ਸਾਹਿਬ ਦਾ ਪਾਠ ਸੁਣਾਵੇ? ਹੈ ਕੋਈ? ਹੁਣ ਸੰਗਤ ਨੇ ਜਦੋਂ ਸਤਿਗੁਰੂ ਜੀ ਤੋਂ ਇਹ ਬਚਨ ਸੁਣਿਆ, ਸੰਗਤ ਆਪੋ ਆਪਣੇ ਮਨ ਦੇ ਵਿੱਚ ਵਿਚਾਰ ਕਰਨ ਲੱਗੀ ਕਿ ਸਤਿਗੁਰੂ ਜੀ ਆਪਦੇ ਮਨ ਵਿੱਚ ਵਿਚਾਰ ਕਰਦੇ ਆ। ਉਹ ਕਹਿੰਦੇ ਜੀ ਅਸੀਂ ਰੋਜ਼ਾਨਾ ਆਪਣੇ ਲਈ ਜੋ ਗੁਰਬਾਣੀ ਪੜ੍ਹਦੇ, ਆਪਣੀ ਮੱਤ ਅਨੁਸਾਰ ਜਿੰਨੀ ਕਿ ਸਤਿਗੁਰੂ ਪਰਮਾਤਮਾ ਨੇ ਬੁੱਧੀ ਸਮਰੱਥਾ ਬਖਸ਼ੀ ਹੈ ਉਹਦੇ ਮੁਤਾਬਕ ਤੇ ਪੜ੍ਹਨੇ ਆ। ਪਰ ਇਹ ਕੋਈ ਪਤਾ ਨਹੀਂ ਅਸੀਂ ਸਹੀ ਪੜ੍ਹਨੇ ਆ ਜਾਂ ਉਹਦੇ ਵਿੱਚ ਲਗਾ ਮਾਤਰਾ ਅੱਖਰ ਵਾਧਾ ਘਾਟਾ, ਕਿੱਥੇ ਵਿਚਾਰ ਹੁੰਦੀ, ਕਿੱਥੇ ਗਲਤੀ ਹੁੰਦੀ, ਕੋਈ ਪਤਾ ਨਹੀਂ। ਹੁਣ ਕਿਹਦੇ ਵਿੱਚ ਹਿੰਮਤ ਪਵੇ ਕਿ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ 6ਵੇਂ ਪਾਤਸ਼ਾਹ ਜੀ ਦੇ ਸਨਮੁਖ ਖਲੋ ਕੇ ਜਪਜੀ ਸਾਹਿਬ ਦਾ ਪਾਠ ਕਰੇ, ਉਹ ਵੀ ਸ਼ੁੱਧ। ਹੁਣ ਗੁਰਬਾਣੀ ਇੰਨੀ ਬੇਅੰਤ ਅਥਾਹ ਏ, ਇਹਦੇ ਵਿੱਚੋਂ ਵੱਡੇ ਵੱਡੇ ਵੀ ਜਿਹੜੇ ਆਪਣੇ ਆਪ ਨੂੰ ਕਹਿੰਦੇ ਕਹਾਉਂਦੇ ਗੁਣੀ ਗਿਆਨੀ ਨੇ, ਵਿਦਵਾਨ ਨੇ, ਕਹਿੰਦੇ ਉਹ ਵੀ ਇੱਥੇ ਆ ਕੇ ਮਾਰ ਖਾਈ ਜਾਂਦੇ ਕਿਤੇ ਨਾ ਕਿਤੇ। ਭਾਵ ਉਹਨਾਂ ਤੋਂ ਵੀ ਕਿਤੇ ਨਾ ਕਿਤੇ ਜਾ ਕੇ ਕੋਈ ਨਾ ਕੋਈ ਗਲਤੀ ਜ਼ਰੂਰ ਹੋ ਜਾਂਦੀ ਹੈ, ਕਿਉਂਕਿ ਗੁਰਬਾਣੀ ਅਥਾਹ ਏ, ਬੇਅੰਤ ਸਮੁੰਦਰ ਹੈ। ਜਿਵੇਂ ਕਹਿੰਦੇ ਸਮੁੰਦਰ ਦਾ ਤੇ ਕਿਤੇ ਨਾ ਕਿਤੇ ਡੂੰਘਾਈ ਦਾ, ਗਹਿਰਾਈ ਦਾ ਕੋਈ ਨਾ ਕੋਈ ਜਾ ਕੇ ਕਿਤੇ ਹੱਦ ਜ਼ਰੂਰ ਹੁੰਦੀ ਹੈ, ਪਰ ਗੁਰਬਾਣੀ ਦੀ ਡੂੰਘਾਈ ਦੀ, ਗਹਿਰਾਈ ਦੀ ਕੋਈ ਹੱਦ ਨਹੀਂ ਹੈ। ਕਿਤੇ ਜਿੰਨਾ ਸਤਿਗੁਰ ਦੀ ਗੁਰਬਾਣੀ ਨੂੰ ਪੜਾਂਗੇ ਉਨੀ ਥੱਲੇ ਗਹਿਰਾਈ ਵਿੱਚ ਤੁਰੀ ਜਾਵੇਗੀ। ਅੱਜ ਤੱਕ ਗੁਰਬਾਣੀ ਦਾ ਕਿਸੇ ਨੇ ਅੰਤ ਨਹੀਂ ਪਾਇਆ। ਗੁਰਬਾਣੀ ਪੂਰਨ ਤੌਰ ਤੇ ਅੱਜ ਤੱਕ ਕਹਿੰਦੇ ਇਸ ਗੁਰਬਾਣੀ ਦੀ ਵਿਚਾਰ ਕੋਈ ਪੂਰਨ ਕਰ ਨਹੀਂ ਸਕਿਆ। ਫਿਰ ਵੀ ਸਤਿਗੁਰੂ ਜੀ ਦੀ ਅਥਾਹ ਗੁਰਬਾਣੀ ਬੇਅੰਤ ਹੈ, ਕਹਿੰਦੇ ਇਹਦਾ ਕੋਈ ਅੰਤ ਨਹੀਂ ਹੈ। ਸਤਿਗੁਰੂ ਜੀ ਨੇ ਪਹਿਲਾ ਬਚਨ ਉਚਾਰਨ ਕੀਤਾ, ਭਾਈ ਸੰਗਤੇ ਕੋਈ ਉਠੋ ਸੇਵਕ, ਅਸੀਂ ਮੂੰਹ ਮੰਗਿਆ ਇਨਾਮ ਦੇਵਾਂਗੇ, ਜੋ ਮੰਗੋਗੇ ਉਹੀ ਦੇਵਾਂਗੇ ਖੁਸ਼ ਹੋ ਕੇ। ਜਪਜੀ ਸਾਹਿਬ ਦੀ ਗੁਰਬਾਣੀ ਦਾ ਪਾਠ ਸ਼ੁੱਧ ਕਰਕੇ ਸੁਣਾਓ। ਹੁਣ ਰਹੇਲੇ ਨਗਰ ਵਿਖੇ ਸਤਿਗੁਰੂ ਜੀ ਵਿਰਾਜਮਾਨ ਨੇ ਇਦਾਂ ਬਚਨ ਕੀਤੇ। ਉਸ ਵੇਲੇ ਦੂਜੀ ਦਫਾ ਵੀ ਕੋਈ ਨਹੀਂ ਉੱਠਿਆ। ਤੀਜੀ ਦਫਾ ਬਚਨ ਉਚਾਰਨ ਕੀਤੇ, ਕਹਿੰਦੇ ਇੱਕ
ਗਰੀਬ ਜਿਹਾ ਸਿੱਖ ਹੈ। ਉਹਨੇ ਗਲ ਵਿੱਚ ਪੱਲਾ ਪਾ ਕੇ ਸੰਗਤ ਵਿੱਚ ਖਲੋ ਕੇ ਹੱਥ ਜੋੜ ਕੇ ਬੇਨਤੀ ਕੀਤੀ, ਜਿਹਦਾ ਨਾਮ ਇਤਿਹਾਸ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਭਾਈ ਗੋਪਾਲਾ ਕਰਕੇ ਵਰਣਨ ਕਰਦੇ ਨੇ। ਕਹਿੰਦੇ ਉਹ ਭਾਈ ਗੋਪਾਲੇ ਨਾਮ ਦਾ ਸਿੱਖ ਹੈ, ਗਰੀਬ ਜਿਹਾ ਸਿੱਖ ਹੈ ਵਿਚਾਰਾ। ਉਹ ਹਿੰਮਤ ਕਰਕੇ ਉੱਠਿਆ। ਸਭ ਤੋਂ ਪਹਿਲੇ ਉਹਨੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ, ਕਹਿਣ ਲੱਗਾ ਸਤਿਗੁਰੂ ਜੀ ਸਾਡੇ ਚ ਇੰਨੀ ਕਿੱਥੇ ਤਾਕਤ ਹੈ, ਕਿੰਨੀ ਸਮਰੱਥਾ ਇੱਥੇ ਸਾਡੇ ਚ ਕਿ ਤੁਹਾਡੇ ਅੱਗੇ ਸਨਮੁਖ ਖਲੋ ਕੇ ਗੁਰਬਾਣੀ ਦਾ ਸ਼ੁੱਧ ਜਾਪ ਕਰੀਏ। ਕਿੱਥੇ ਤਾਕਤ ਹੈ ਸਾਡੇ ਚ? ਅਸੀਂ ਤੇ ਕਲਯੁਗੀ ਜੀਵ ਆ ਸਤਿਗੁਰੂ ਜੀ, ਸਾਡੇ ਚ ਇੰਨੀ ਸਮਰੱਥਾ ਨਹੀਂ ਆ ਕਿ ਜਪਜੀ ਸਾਹਿਬ ਦੀ ਗੁਰਬਾਣੀ ਦਾ ਸ਼ੁੱਧ ਉਚਾਰਨ ਕਰੀਏ, ਨਹੀਂ ਕਰ ਸਕਦੇ। ਪਰ ਜਿਸ ਵੇਲੇ ਤੇਰੀ ਕਿਰਪਾ ਹੋਵੇ, ਸਤਿਗੁਰੂ ਜੀ ਤੇਰੀ ਬਖਸ਼ਿਸ਼ ਰਹਿਮਤ ਹੋਵੇ, ਫਿਰ ਤੇ ਕਹਿੰਦੇ ਗੁੰਗੇ ਵੀ ਬੋਲਣ ਲੱਗ ਪੈਂਦੇ ਨੇ। ਉਹ ਵੀ ਬੋਲ ਬੋਲ ਕੇ ਗੁਰਬਾਣੀ ਦੇ ਸ਼ੁੱਧ ਉਚਾਰਨ ਕਰਨ ਲੱਗ ਜਾਂਦੇ ਨੇ, ਜੇ ਤੇਰੀ ਕਿਰਪਾ ਹੋਵੇ। ਉਸ ਵੇਲੇ ਜਦੋਂ ਏਦਾਂ ਨਿਮਰਤਾ ਸਹਿਤ ਬੇਨਤੀ ਕੀਤੀ, ਭਾਈ ਗੋਪਾਲੇ ਨੇ ਸਤਿਗੁਰ ਦੇ ਸਨਮੁਖ ਗਲ ਵਿੱਚ ਪੱਲਾ ਪਾ ਕੇ ਦੋਵੇਂ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕੀਤੀ। ਤੇ ਉਸ ਵੇਲੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀ ਖੁਸ਼ ਹੋਏ ਨੇ, ਮੁਸਕਰਾ ਪਏ ਨੇ। ਕਹਿਣ ਲੱਗੇ ਭਾਈ ਗੋਪਾਲਾ ਜੀ ਤੁਸੀਂ ਸ਼ੁੱਧ ਗੁਰਬਾਣੀ ਦਾ ਉਚਾਰਨ ਕਰੋ, ਸਤਿਗੁਰੂ ਨਾਨਕ ਦੇਵ ਮਹਾਰਾਜ ਦੀ ਕਿਰਪਾ ਰਹਿਮਤ ਵਰਤੇਗੀ। ਇਦਾਂ ਬੇਨਤੀ ਜਦੋਂ ਨਿਮਰਤਾ ਸਹਿਤ ਕੀਤੀ ਤੇ ਸਤਿਗੁਰੂ ਜੀ ਨੇ ਬੇਨਤੀ ਪ੍ਰਵਾਨ ਵੀ ਕੀਤੀ ਹੈ। ਦੋਏ ਕਰ ਜੋੜ ਕਰੂੰ ਅਰਦਾਸ, ਕਹਿੰਦੇ ਦੋਨੇ ਹੱਥ ਜੋੜ ਕੇ ਅਰਦਾਸ ਬੇਨਤੀ ਕੀਤੀ। ਤੁਧ ਭਾਵੈ ਤਾਂ ਆਣੈ ਰਾਸ, ਜੇਕਰ ਤੈਨੂੰ ਪਾਉਂਦਾ ਚੰਗਾ ਲੱਗਦਾ ਤੇ ਉਹ ਕੀਤੀ ਅਰਦਾਸ, ਉਹਦੇ ਕਾਰਜ ਦੇ ਵਿੱਚ ਸਫਲਤਾ ਹੀ ਜ਼ਰੂਰ ਪ੍ਰਾਪਤ ਹੁੰਦੀ ਹੈ। ਤੇ ਭਾਈ ਗੋਪਾਲੇ ਨੇ ਤਾਂ ਨਿਮਰਤਾ ਸਹਿਤ ਬੇਨਤੀ ਕੀਤੀ ਆ, ਸਤਿਗੁਰੂ ਜੀ ਨੂੰ ਕਿਰਪਾ ਕਰੇ। ਤੇ ਕਹਿੰਦੇ ਸੰਸਾਰ ਦੇ ਵਿੱਚ ਕਿਹੜਾ ਕਾਰਜ ਨਹੀਂ ਜਿਹੜਾ ਸਿੱਧ ਨਹੀਂ ਹੋ ਸਕਦਾ, ਜਿਸ ਦੇ ਵਿੱਚ ਸਫਲਤਾ ਹੀ ਪ੍ਰਾਪਤ ਨਹੀਂ ਹੋ ਸਕਦੀ, ਹੋਵੇਗੀ ਜ਼ਰੂਰ। ਸਤਿਗੁਰੂ ਜੀ ਕਹਿੰਦੇ ਚਲੋ ਭਾਈ ਗੋਪਾਲਾ ਜੀ ਮਨ ਬਿਰਤੀ ਇਕਾਗਰ ਕਰਕੇ ਗੁਰਬਾਣੀ ਦਾ ਸ਼ੁੱਧ ਉਚਾਰਨ ਕਰੋ, ਤੁਹਾਨੂੰ ਮੂੰਹ ਮੰਗੀ ਕੀਮਤ ਅਦਾ ਕਰਾਂਗੇ, ਜੋ ਮੰਗੋਗੇ ਉਹ ਦੇਵਾਂਗੇ। ਮਨ ਬਿਰਤੀ ਇਕਾਗਰ ਕਰਕੇ ਸ਼ੁੱਧ ਉਚਾਰਨ ਕਰਿਓ। ਤੇ ਭਾਈ ਗੋਪਾਲੇ ਨੂੰ ਕਹਿੰਦੇ ਸੁੰਦਰ ਆਸਣ ਲਾ ਕੇ ਉੱਚੀ ਜਗ੍ਹਾ ਤੇ ਬਿਠਾ ਦਿੱਤਾ, ਬਿਰਾਜਮਾਨ ਕਰ ਦਿੱਤਾ। ਤੇ ਭਾਈ ਗੋਪਾਲਾ ਦੀ ਚੌਂਕੜਾ ਮਾਰ ਕੇ ਬੈਠ ਗਏ। ਜਪਜੀ ਸਾਹਿਬ ਦਾ ਗੁਰਬਾਣੀ ਦਾ ਜਾਪ ਆਰੰਭ ਕੀਤਾ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਗੁਰਬਾਣੀ ਦਾ ਹੁਣ ਜਾਪ ਸ਼ੁਰੂ ਕੀਤਾ। ਸਤਿਗੁਰ ਦੀ ਕਿਰਪਾ ਹੋਈ, ਭਾਈ ਗੋਪਾਲੇ ਦੀ ਇੰਨੀ ਮਨ ਬਿਰਤੀ ਸੁਰਤੀ ਜੁੜ ਗਈ, ਇਉਂ ਪ੍ਰਤੀਤ ਹੁੰਦਾ ਕਿ ਸਤਿਗੁਰੂ ਜੀ ਆਪ ਬੁਲਾ ਕੇ ਗੁਰਬਾਣੀ ਦਾ ਜਾਪ ਕਰਵਾ ਰਹੇ ਨੇ। ਤੇ ਹੁੰਦਾ ਵੀ ਇਦਾਂ ਹੀ ਜਦੋਂ ਸਤਿਗੁਰ ਦੀ ਕਿਰਪਾ ਹੁੰਦੀ ਹੈ ਪਿਆਰਿਓ। ਕੋਈ ਵੀ ਗੁਰਬਾਣੀ, ਹੁਣ ਗੁਰੂ ਨਾਨਕ ਦੇਵ ਮਹਾਰਾਜ ਦੀ ਜਪਜੀ ਸਾਹਿਬ ਦੀ ਗੁਰਬਾਣੀ ਹੈ, ਜੇਕਰ ਕੋਈ ਗੁਰਬਾਣੀ ਜਪਜੀ ਸਾਹਿਬ ਦੀ ਪੜ੍ਹਦਾ ਏ ਤੇ ਸਮਝ ਲਈਏ ਸਤਿਗੁਰੂ ਜੀ ਆਪ ਗੁਰਬਾਣੀ ਦੇ ਵਿੱਚ ਬੋਲ ਰਹੇ ਆ, ਜਪਜੀ ਸਾਹਿਬ ਦੇ ਵਿੱਚ ਆਪ ਬਖਸ਼ਿਸ਼ ਕਰ ਰਹੇ ਆ। ਤੇ ਜੇ ਪੰਜਮ ਪਾਤਸ਼ਾਹ ਸਤਿਗੁਰੂ ਜੀ ਦਾ ਕੋਈ ਸ਼ਬਦ ਹੈ ਤੇ ਉਹ ਸਮਝ ਲੈਣਾ ਕਿ ਸਤਿਗੁਰੂ ਜੀ ਉਹ ਸ਼ਬਦ ਦੇ ਜਰੀਏ ਆਪ ਬੋਲ ਰਹੇ ਆ। ਤੀਜੇ ਪਾਤਸ਼ਾਹ, ਚੌਥੇ ਪਾਤਸ਼ਾਹ ਜੀ ਦਾ ਸ਼ਬਦ ਹੈ, ਦੂਜੇ ਪਾਤਸ਼ਾਹ ਜੀ ਦਾ ਕੋਈ ਵੀ ਸ਼ਬਦ ਹੈ, ਉਹਦੇ ਵਿੱਚ ਇਹ ਵਿਚਾਰ ਕਰ ਲੈਣੀ ਚਾਹੀਦੀ ਕਿ ਸਤਿਗੁਰੂ ਜੀ ਆਪ ਬੋਲ ਰਹੇ ਆ, ਆਪ ਬਖਸ਼ਿਸ਼ ਕਰ ਰਹੇ ਆ। ਤੇ ਇਦਾਂ ਪ੍ਰਤੀਤ ਹੁੰਦਾ ਭਾਈ ਗੋਪਾਲੇ ਦੇ ਰਸਨਾ ਦੇ ਵਿੱਚੋਂ ਜਿਵੇਂ ਸਤਿਗੁਰੂ ਜੀ ਆਪ ਬੋਲ ਰਹੇ ਹੋਣ। ਇੰਨਾ ਆਨੰਦ ਆਇਆ।
संगत जुड़ के बैठी है, सतगुर की कृपा रहमत हो रही है। हुण जिस वेले भाई गोपाले ने जपजी साहिब की गुरबाणी का जाप इदां शुरू किया, वो कहंदे 6 पौड़ियां उचारण कीतियां ने, पढ़दा गया जिस विच जे जुग चारे आरजां वाली पौड़ी प्रेम सहित कहंदे पढ़िया, जिस विच वैराग की गल कीती गई आ। वैराग की गल कीती ते मन कहंदे अचनचेत आटोमैटिकली मन दे विच वैराग उत्पन्न होना शुरू हो गया। ते जिहड़ा वैराग है ना गुरु प्रति करना, ये भी एक भगती का हिस्सा है। उस वेले कहंदे जे जुग चारे आरजां वाली पौड़ी पढ़ी ते सतगुरु जी की कृपा हुई, कहंदे प्रेम सहित पढ़िया, वैरागमई विचार कीती। फिर उस तो उपरंत भाई गोपाला जी सुनन दे महत्व नूं पढ़दे ने, जिहड़ा कि आनंदमई आ। सतगुरु जी कृपा कीती, सरवण करन दे महत्व नूं दसदे ने कि सतगुर दे बाणी नूं, सतगुर दे नाम नूं सरवण करन दा की महत्व है। सुनिया मन्निया मन कीता भाऊ। हुण सतगुरु जी की कृपा हुई है, सुनिया सिद्ध पीर सुरनाथ, सुनिया धरत तबल आकाश वालियां पंक्तियां पौड़ियां पढ़ रहे ने ते सुनन दा विचार दस रहे ने। ये पढ़ते गए भाई गोपाला जी जपजी साहिब की गुरबाणी। उस तो उपरंत सतगुरु जी की कृपा रहमत हुई आ। फिर कहंदे भाई गोपाला ने अगे 5 परवान वालियां पौड़ियां पढ़ियां ने। 5 परवान 5 प्रधान, पंचे पावह दरगह मान। वो पौड़ी पढ़ी, सतगुरु जी की कृपा हुई है। निध्यासन बार बार चित विरती नूं ध्यान विच लाउण दी विचार दर्शाउंदी है। इथों तक गुरबाणी। हुण सतगुरु जी की कृपा हुई है। उस तो उपरंत कहंदे असंख जप, असंख भाव, असंख पूजा, असंख तपताऊ वालियां पौड़ियां पढ़ियां ने भाई गोपाला जी ने, ਜਿਹੜੀ ਕਿ ਸ਼ਕਤੀ ਭਾਵ ਸ਼ਾਂਤ ਵਿਕ ਸ਼ਕਤੀਆਂ ਵਿਖਾਉਂਦੀ ਹੈ। ਹੁਣ ਸਤਿਗੁਰੂ ਜੀ ਦੀ ਕਿਰਪਾ ਹੋਈ, ਇਥੋਂ ਤੱਕ ਭਾਈ ਗੋਪਾਲੇ ਨੇ ਜਪਜੀ ਸਾਹਿਬ ਦਾ ਸ਼ੁੱਧ ਉਚਾਰਨ ਕੀਤਾ। ਸਤਿਗੁਰੂ ਜੀ ਦੀ ਕਿਰਪਾ ਹੋਈ ਹੈ। ਉਸ ਤੋਂ ਉਪਰੰਤ ਸਤਿਗੁਰੂ ਜੀ ਨੇ ਬਖਸ਼ਿਸ਼ ਰਹਿਮਤ ਕੀਤੀ। ਭਾਈ ਗੋਪਾਲੇ ਤੋਂ ਅੱਗੇ ਗੁਰਬਾਣੀ ਬਖਸ਼ਿਸ਼ ਰਹਿਮਤ ਕਰਕੇ ਪੜਾਉਣਾ ਕੀਤੀ। 4 ਤਰ੍ਹਾਂ ਦਾ ਜੋ ਬ੍ਰਹਮ ਗਿਆਨ ਹੈ ਕਹਿੰਦੇ ਸਾਰਾ ਬੋਲ ਕੇ ਸੁਣਾਇਆ। ਇਹ ਮਨ ਦੇ ਵਿੱਚ ਭਾਵਨਾ ਦੇ ਨਾਲ, ਸ਼ੁੱਧਤਾ ਦੇ ਨਾਲ ਮਨ ਨੂੰ ਇਕਾਗਰ ਕਰਕੇ ਜਪਜੀ ਸਾਹਿਬ ਦੀ ਗੁਰਬਾਣੀ ਸੁਣਾਈ ਭਾਈ ਗੋਪਾਲੇ ਨੇ ਸਤਿਗੁਰੂ ਜੀ ਨੂੰ ਤੇ ਸਤਿਗੁਰੂ ਦੀ ਸੰਗਤ ਨੂੰ। ਹੁਣ ਬੜੀ ਬਖਸ਼ਿਸ਼ ਰਹਿਮਤ ਹੋ ਰਹੀ ਹੈ। ਸੰਗਤ ਜੁੜ ਕੇ ਬੈਠੀ ਹੈ, ਜਿਵੇਂ ਆਪ ਸੰਗਤ ਬੈਠੇ ਹੋ। ਮਨ ਬਿਰਤੀਆਂ ਇਕਾਗਰ ਕਰਕੇ ਬੈਠੀ ਸੰਗਤ। ਬੜਾ ਆਨੰਦ ਆ ਰਿਹਾ, ਬੜੀ ਖੁਸ਼ੀ ਪ੍ਰਾਪਤ ਹੋ ਰਹੀ ਹੈ। ਤੇ ਉਸ ਤੋਂ ਉਪਰੰਤ ਕਹਿੰਦੇ ਚਲਦੇ ਚਲਦੇ ਇਧਰ ਸਤਿਗੁਰੂ ਜੀ ਦਾ ਮਨ ਵੀ ਵਿਚਾਰ ਕਰ ਰਿਹਾ ਕਿ ਭਾਈ ਗੋਪਾਲਾ ਜੀ ਬੜੇ ਪ੍ਰੇਮ ਦੇ ਨਾਲ ਜਪਜੀ ਸਾਹਿਬ ਦਾ ਪਾਠ ਪੜ੍ਹ ਰਹੇ ਆ। ਹੁਣ ਇਹਨਾਂ ਨੂੰ ਕੋਈ ਨਾ ਕੋਈ ਇਨਾਮ ਦੇਣਾ ਪੈਣਾ। ਇੰਨੇ ਪਿਆਰ ਦੇ ਨਾਲ, ਇੰਨੀ ਸ਼ੁੱਧਤਾ ਦੇ ਨਾਲ ਜਪਜੀ ਸਾਹਿਬ ਦਾ ਜਾਪ ਕਰਵਾ ਰਹੇ, ਸੁਣਾ ਰਹੇ ਆ। ਸਤਿਗੁਰੂ ਜੀ ਵਿਚਾਰ ਕਰਨ ਲੱਗੇ ਮਨ ਦੇ ਵਿੱਚ, ਕੀ ਦਈਏ ਇਹਨਾਂ ਨੂੰ? ਇਨਾਮ ਦੇਣਾ ਪੈਣਾ, ਕਿਉਂਕਿ ਅਸੀਂ ਗੱਲ ਕੀਤੀ ਸੀ ਜੋ ਮੰਗੋਗੇ ਉਹ ਦੇਵਾਂਗੇ। ਪਰ ਕਹਿੰਦੇ ਅਸੀਂ ਆਪਣੇ ਵੱਲੋਂ ਕੀ ਦਈਏ? ਗੁਰਬਾਣੀ ਜਿਹੜੀ ਹੈ ਜਪਜੀ ਸਾਹਿਬ ਦੀ ਬਹੁਤ ਵੱਡੀ ਮਹਾਨਤਾ ਇਹਦੇ ਵਿੱਚ ਹੈ। ਬਖਸ਼ਿਸ਼ ਰਹਿਮਤ ਹੈ ਸਤਿਗੁਰੂ ਜੀ। ਧੁਰ ਕੀ ਬਾਣੀ ਆਈ ਦਿਨ ਸਗਲੀ ਚਿੰਤ ਮਿਟਾਈ। ਇਹ ਧੁਰ ਦਰਗਾਹ ਤੋਂ ਬਾਣੀ ਆਈ ਹੈ। ਹੁਣ ਇਹਦਾ ਇਨਾਮ ਕੀ ਦਈਏ ਭਾਈ ਗੋਪਾਲੇ ਨੂੰ? ਉਸ ਵੇਲੇ ਸਤਿਗੁਰੂ ਜੀ ਨੇ ਵਿਚਾਰ ਕੀਤੀ, ਕਹਿੰਦੇ ਸੰਸਾਰ ਦੀ ਮਾਇਆ ਦੇ ਦਿੰਨੇ ਆ ਭਾਈ ਗੋਪਾਲੇ ਨੂੰ। ਤੇ ਮਨ ਵਿੱਚ ਸਤਿਗੁਰੂ ਦੇ ਵਿਚਾਰ ਆਇਆ, ਨਹੀਂ, ਜਪਜੀ ਸਾਹਿਬ ਦੀ ਗੁਰਬਾਣੀ ਬੇਅੰਤ ਅਥਾਹ ਏ।
ਸੰਸਾਰ ਦੀ ਮਾਇਆ ਕਿਵੇਂ ਕਹਿੰਦੇ ਭਾਈ ਗੋਪਾਲੇ ਦੀ ਪੜ੍ਹੀ ਹੋਈ ਜਪਜੀ ਸਾਹਿਬ ਦੀ ਗੁਰਬਾਣੀ ਕਿਵੇਂ ਮੁੱਲ ਅਦਾ ਕਰ ਸਕਦੀ? ਭਾਵ ਨਹੀਂ, ਇਹ ਸੰਸਾਰ ਦੀ ਮਾਇਆ ਮੁੱਲ ਅਦਾ ਨਹੀਂ ਕਰ ਸਕਦੀ ਜਪਜੀ ਸਾਹਿਬ ਦੀ ਗੁਰਬਾਣੀ ਦਾ। ਫਿਰ ਸਤਿਗੁਰੂ ਜੀ ਨੇ ਵਿਚਾਰ ਕੀਤੀ, ਇਹਨਾਂ ਨੂੰ ਜਾਗੀਰਾਂ ਦੇ ਦਿੰਨੇ ਆ। ਸਤਿਗੁਰ ਦੇ ਮਨ ਵਿੱਚ ਫੇਰ ਵਿਚਾਰ ਆਈ, ਨਹੀਂ, ਜਪਜੀ ਸਾਹਿਬ ਦੀ ਗੁਰਬਾਣੀ ਦਾ ਮੁੱਲ ਜਾਗੀਰਾਂ ਵੀ ਅਦਾ ਨਹੀਂ ਕਰ ਸਕਦੀਆਂ। ਹੁਣ ਉਸ ਵੇਲੇ ਤੀਜੇ ਨੰਬਰ ਤੇ ਵਿਚਾਰ ਕੀਤੀ, ਕਹਿੰਦੇ ਫਿਰ ਇਹਨਾਂ ਨੂੰ ਦਈਏ ਕੀ? ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਦੇ ਦਰ ਘਰ ਦੀ ਕਹਿੰਦੇ ਗੁਰਤਾ ਗੱਦੀ ਦੇ ਦਿੰਨੇ ਆ, ਸਤਵੇਂ ਪਾਤਸ਼ਾਹ ਬਣਾ ਦਿੰਨੇ ਆ। ਗੁਰੂ ਨਾਨਕ ਦੀ ਦਰ ਘਰ ਦੀ ਵਿਚਾਰ ਇਹਨਾਂ ਨੂੰ ਸੌਂਪ ਦਿੰਨੇ ਆ। ਗੁਰੂ ਨਾਨਕ ਦੀ ਬਖਸ਼ਿਸ਼ ਰਹਿਮਤ ਤੋਂ ਵੱਡੀ ਹੋਰ ਕੋਈ ਜਿਹੜੀ ਵਿਚਾਰ ਹੈ, ਇਨਾਮ ਹੈ, ਕੋਈ ਹੋ ਹੀ ਨਹੀਂ ਸਕਦਾ। ਹੁਣ ਗੁਰਬਾਣੀ ਦਾ ਜਿਹੜਾ ਮੁੱਲ ਹੈ ਉਹ ਕੋਈ ਅਦਾ ਨਹੀਂ ਕਰ ਸਕਦਾ। ਖਿਮਾ ਕਰਨੀ ਵਿੱਚ ਬੇਨਤੀ ਕਰਦੇ ਮਾਂ। ਕਈ ਦਫਾ ਕੋਈ ਗ੍ਰੰਥੀ ਸਿੰਘ, ਕੋਈ ਪਾਠੀ ਸਿੰਘ ਜਪਜੀ ਸਾਹਿਬ ਜਾਗ ਤੁਰਕੀ ਬਾਣੀ ਆਈ, ਤੈਨੂੰ ਸਗਲੀ ਚਿੰਤ ਮਟਾਈ ਦੇ, ਕੋਈ ਅਖੰਡ ਪਾਠ, ਕੋਈ ਸਹਿਜ ਪਾਠ, ਸੁਖਮਨੀ ਸਾਹਿਬ ਦਾ ਪਾਠ ਕੀਤਾ ਜਾਂਦਾ। ਇਹ ਗੱਲ ਵੱਖਰੀ ਹੈ ਕਿ ਆਪਾਂ ਉਹਦੀ ਪਜੀਵਕਾ ਵਾਸਤੇ ਉਹਨੂੰ ਮਾਇਆ ਦਿੰਨੇ ਆ, ਪਰ ਇਹ ਨਹੀਂ ਹੋ ਸਕਦਾ ਕਿ ਉਸ ਗੁਰਬਾਣੀ ਦਾ ਅਸੀਂ ਉਹ ਮੁੱਲ ਦਿੱਤਾ। ਇਹ ਨਹੀਂ ਹੋ ਸਕਦਾ। ਹੁਣ ਭਾਈ ਗੋਪਾਲੇ ਨੇ ਜਪਜੀ ਸਾਹਿਬ ਦਾ ਪਾਠ ਕੀਤਾ। ਸਤਿਗੁਰੂ ਜੀ ਨੇ ਵਿਚਾਰ ਕਰਕੇ ਦੇਖਿਆ ਕੀ ਦਈਏ ਇਹਨਾਂ ਨੂੰ ਇਨਾਮ। ਸੰਸਾਰ ਦੀ ਮਾਇਆ ਦੀ ਤੁਲਨਾ ਕੀਤੀ, ਮਾਇਆ ਨਾਲ ਕੰਪੇਅਰ ਕੀਤਾ, ਨਹੀਂ ਵਿਚਾਰ ਬਣੀ। ਕਹਿੰਦੇ ਨਹੀਂ, ਮਾਇਆ ਗੁਰਬਾਣੀ ਦਾ ਮੁੱਲ ਕਿੱਥੇ ਅਦਾ ਕਰ ਸਕਦੀ? ਭਾਵ ਨਹੀਂ। ਜਾਗੀਰਾਂ ਦੇ ਦਿੰਨੇ, ਨਹੀਂ, ਕਹਿੰਦੇ ਜਗੀਰਾ ਵੀ ਮੁੱਲ ਅਦਾ ਨਹੀਂ ਕਰ ਸਕਦੀ ਗੁਰਬਾਣੀ ਦਾ। ਫਿਰ ਕਹਿੰਦੇ ਗੁਰੂ ਨਾਨਕ ਦੀ ਬਖਸ਼ਿਸ਼ ਰਹਿਮਤੀ ਵਰਤਾਉਣ ਲੱਗੇ ਨੇ, ਭਾਵ ਗੁਰਤਾ ਗੱਦੀ ਬਖਸ਼ਿਸ਼ ਕਰਨ ਲੱਗੇ ਨੇ ਛੇਵੇਂ ਪਾਤਸ਼ਾਹ। ਹੁਣ ਹੌਲੀ ਹੌਲੀ ਕਹਿੰਦੇ ਉਸ ਵੇਲੇ ਛੇਵੇਂ ਪਾਤਸ਼ਾਹ ਦੀ ਸੰਘਾਸਨ ਤੋਂ ਉਤਰੇ ਆ ਰਹੇ ਨੇ, ਉੱਠੇ ਆ ਰਹੇ ਨੇ ਕਿ ਭਾਈ ਗੋਪਾਲੇ ਨੂੰ ਥਾਪੜਾ ਦੇ ਕੇ ਸਤਵੇਂ ਪਾਤਸ਼ਾਹ ਬਣਾ ਦਿੰਨੇ ਆ, ਗੁਰਤਾ ਗੱਦੀ ਪ੍ਰਦਾਨ ਕਰ ਦਿੰਨੇ ਆ। ਹੁਣ ਇੱਥੇ ਧਿਆਨ ਦੇਣਾ ਪਿਆਰਿਓ, ਗੁਰਤਾ ਗੱਦੀ ਸਤਿਗੁਰ ਜੀ ਪ੍ਰਦਾਨ ਕਰ ਰਹੇ ਨੇ। ਕਿੱਡੀ ਵੱਡੀ ਬਖਸ਼ਿਸ਼ ਰਹਿਮਤ ਹੈ। ਗੁਰਬਾਣੀ ਪੜ੍ਹਨ ਵਾਲੇ ਦਾ ਐਡਾ ਵੱਡਾ ਸਤਿਕਾਰ, ਏਡੀ ਵੱਡੀ ਰਿਸਪੈਕਟ ਕਰ ਰਹੇ ਨੇ ਸਤਿਗੁਰ ਜੀ। ਉਸ ਵੇਲੇ ਉੱਠਣ ਲੱਗੇ ਨੇ ਤੇ ਇਧਰੋਂ ਜਪਜੀ ਸਾਹਿਬ ਦੀ ਸਮਾਪਤੀ ਹੋਣ ਲੱਗੀ। ਤੇ ਅਚਨਚੇਤ ਜਿਵੇਂ ਪ੍ਰਮਾਤਮਾ ਦੀ ਮਰਜ਼ੀ ਹੁੰਦੀ ਹੈ, ਕਹਿੰਦੇ ਭਾਈ ਗੋਪਾਲੇ ਦੇ ਮਨ ਦੇ ਵਿੱਚ ਇਹ ਵਿਚਾਰ ਪੈਦਾ ਹੋ ਗਈ ਹੈ। ਉਹ ਕਹਿੰਦਾ, ਸਤਿਗੁਰੂ ਜੀ ਨੇ ਆਪ ਹੀ ਵਚਨ ਉਚਾਰਨ ਕੀਤੇ ਆ ਕਿ ਜਿਹੜਾ ਗੁਰਸਿੱਖ ਗੁਰਬਾਣੀ ਸ਼ੁੱਧ ਉਚਾਰਨ ਕਰੇਗਾ, ਸਾਨੂੰ ਸੁਣਾਵੇਗਾ, ਅਸੀਂ ਉਹਨੂੰ ਮੂੰਹ ਮੰਗਿਆ ਇਨਾਮ ਦੇਵਾਂਗੇ, ਉਹ ਜੋ ਮੰਗੇਗਾ ਦੇਵਾਂਗੇ। ਭਾਈ ਗੋਪਾਲਾ ਸੋਚਣ ਲੱਗਾ, ਮਨ ਦੇ ਵਿੱਚ ਉਹਦਾ ਮਨ ਥੜਕ ਗਿਆ ਕਿ ਸਤਿਗੁਰੂ ਜੀ ਨੂੰ ਹੁਣ ਜਪਜੀ ਸਾਹਿਬ ਦਾ ਮੈਂ ਪਾਠ ਸੁਣਾਇਆ, ਸਤਿਗੁਰੂ ਜੀ ਜੇਕਰ ਹੁਣ ਮੈਨੂੰ ਮੂੰਹ ਮੰਗਿਆ ਇਨਾਮ ਦੇ ਦੇਣ। ਕਹਿੰਦੇ ਮੈਂ ਤੇ ਜੇ ਮੰਗਾਂਗਾ, ਉਹ ਜਿਹੜਾ ਪੰਜਵਾਂ ਘੋੜਾ ਏ ਭਾਈ ਸੁਭਾਗਾ ਲੈ ਕੇ ਆਇਆ ਸੀ, ਉਹ ਪੰਜਵਾਂ ਘੋੜਾ ਸਤਿਗੁਰੂ ਜੀ ਮੈਨੂੰ ਹੀਰੇ ਜੜਤ ਸੋਨੇ ਦੀ ਕਾਠੀ ਪਾ ਕੇ ਦੇ ਦੇਣ ਤਾਂ ਕਿੱਡਾ ਵਧੀਆ ਹੋਵੇਗਾ। ਭਾਈ ਗੋਪਾਲੇ ਦੀ ਵਿਚਾਰ ਹੈਗੀ ਹੈ। ਤੇ ਸਤਿਗੁਰੂ ਜੀ ਸੰਘਾਸਨ ਤੋਂ ਉੱਠ ਕੇ ਗੁਰਤਾ ਗੱਦੀ ਦਾ ਥਾਪੜਾ ਦੇਣਾ ਚਾਹੁੰਦੇ ਸਨ। ਤੇ ਸਤਿਗੁਰੂ ਜੀ ਉੱਠਣ ਲੱਗੇ, ਕਹਿੰਦੇ ਅਚਨਚੇਤ ਉੱਥੇ ਹੀ ਬਹਿ ਗਏ ਫੇਰ ਸੰਘਾਸਨ ਤੇ ਭਾਈ ਗੋਪਾਲੇ ਵੱਲ ਦੇਖ ਕੇ ਸਤਿਗੁਰੂ ਜੀ ਮਨ ਵਿੱਚ ਉਚਾਰਨ ਕਰਨ ਲੱਗੇ, ਭਾਈ ਗੋਪਾਲਿਆ ਜਿਵੇਂ ਤੇਰੀ ਮਰਜ਼ੀ ਉਵੇਂ ਠੀਕ ਹੈ, ਪਰ ਅਸੀਂ ਤਾਂ ਕਹਿੰਦੇ ਤੈਨੂੰ ਗੁਰੂ ਨਾਨਕ ਦੀ ਦਰ ਘਰ ਦੀ ਗੁਰਤਾ ਗੱਦੀ ਦੇਣ ਲੱਗੇ ਸਾਂ। ਐਡਾ ਵੱਡਾ ਗੁਰਬਾਣੀ ਦਾ ਸਤਿਕਾਰ ਕਰਨ ਲੱਗੇ ਸਤਿਗੁਰੂ ਜੀ। ਉਸ ਵੇਲੇ ਕਹਿੰਦੇ ਜਪਜੀ ਸਾਹਿਬ ਦੀ ਗੁਰਬਾਣੀ ਦਾ ਭੋਗ ਪਿਆ, ਸ਼ਲੋਕ ਪੜਿਆ ਗਿਆ, ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ, ਛੁੱਟੀ ਨਾਲ ਦੀਆਂ ਪੰਕਤੀਆਂ ਪੜ ਕੇ ਸਮਾਪਤੀ ਕੀਤੀ। ਤੇ ਗੁਰੂ ਪਿਆਰਿਓ ਭਾਈ ਗੋਪਾਲਾ ਜੀ ਉੱਠੇ ਤੇ ਸਤਿਗੁਰੂ ਜੀ ਦੇ ਪ੍ਰਤੀ ਜਦੋਂ ਸੰਗਤ ਨੇ ਵੀ ਦੇਖਿਆ, ਸਤਿਗੁਰੂ ਜੀ ਸੰਘਾਸਨ ਤੋਂ ਉੱਠਦੇ ਉੱਠਦੇ ਫੇਰ ਬਹਿ ਗਏ।
ਬੇਨਤੀ ਕੀਤੀ, ਸਤਿਗੁਰੂ ਜੀ ਕਿਹੜਾ ਕੌਤਕ ਹੈ, ਕੀ ਕੌਤਕ ਰਚਾਉਣ ਲੱਗੇ ਸਾਂ। ਸਤਿਗੁਰ ਨੇ ਸਾਰਾ ਭੇਦ ਖੋਲ ਕੇ ਦੱਸ ਦਿੱਤਾ। ਕਹਿੰਦੇ ਭਾਈ ਗੋਪਾਲੇ ਨੇ ਜਪਜੀ ਸਾਹਿਬ ਦਾ, ਗੁਰਬਾਣੀ ਦਾ ਜਾਪ ਬੜੇ ਆਨੰਦ ਦੇ ਨਾਲ, ਸ਼ੁੱਧਤਾ ਦੇ ਨਾਲ ਉਚਾਰਨ ਕੀਤਾ। ਉਵੇਂ ਸਾਰੀ ਵਿਚਾਰ ਦੱਸ ਦਿੱਤੀ। ਕਹਿੰਦੇ ਅਸੀਂ ਤੁਲਨਾ ਕਰਦੇ ਸਾਂ, ਕੰਪੇਅਰ ਕਰਦੇ ਸਾਂ ਕਿ ਭਾਈ ਗੋਪਾਲੇ ਨੂੰ ਕੀ ਦਈਏ, ਇਹਦਾ ਇਨਾਮ ਕੀ ਦਈਏ। ਪਰ ਕਹਿੰਦੇ ਭਾਈ ਗੋਪਾਲੇ ਦੇ ਮਨ ਦੇ ਵਿੱਚ ਇਹ ਵਿਚਾਰ ਆਈ ਕਿ ਮੈਨੂੰ ਸਤਿਗੁਰੂ ਜੀ ਘੋੜਾ ਦੇ ਦੇਣ, ਪੰਜਵਾ ਘੋੜਾ ਜਿਹੜਾ ਭਾਈ ਸੁਭਾਗਾ ਲੈ ਕੇ ਆਇਆ ਸੀ, ਜਿਹੜਾ ਤਵੇਦੇ ਵਿੱਚ ਖਲੋਤਾ ਸੀ, ਉਹ ਪੰਜਵਾਂ ਘੋੜਾ ਮੈਨੂੰ ਦੇ ਦੇਣ। ਕਹਿੰਦੇ ਲੈ ਹੁਣ ਭਾਈ ਗੋਪਾਲੇ ਦੀ ਮਨ ਦੀ ਇਹ ਭਾਵਨਾ ਹੈ ਜ਼ਰੂਰ ਪੂਰੀ ਕੀਤੀ ਜਾਵੇਗੀ। ਸਤਿਗੁਰੂ ਜੀ ਕਹਿੰਦੇ ਅਸੀਂ ਤਾਂ ਇਹਨੂੰ ਗੁਰੂ ਨਾਨਕ ਦੇ ਦਰ ਕਰਦੀ ਗੁਰਤਾ ਗੱਦੀ ਦੇਣ ਲੱਗੇ ਸਾਂ, ਇਹ ਪ੍ਰਦਾਨ ਕਰਨ ਲੱਗੇ ਸਾਂ। ਪਰ ਹੁਣ ਭਾਈ ਗੋਪਾਲੇ ਦੀ ਮਨ ਦੀ ਮਰਜ਼ੀ ਇਹ ਹੈ, ਕਹਿੰਦੇ ਜ਼ਰੂਰ ਸੰਪੰਨ ਕੀਤੀ ਜਾਵੇਗੀ। ਬਾਅਦ ਵਿੱਚ ਭਾਈ ਗੋਪਾਲੇ ਨੂੰ ਪੰਜਵਾਂ ਘੋੜਾ ਦਿੱਤਾ ਗਿਆ। ਸਤਿਗੁਰੂ ਦੀ ਕਿਰਪਾ ਰਹਿਮਤ ਹੋਈ। ਤੇ ਇਦਾਂ ਕਰਕੇ ਭਾਵ ਕਹਿਣ ਦਾ ਵੀ ਹੈ ਕਿ ਗੁਰਬਾਣੀ ਦਾ ਜਿਹੜਾ ਮੁੱਲ ਹੈ ਕੋਈ ਅਦਾ ਨਹੀਂ ਕਰ ਸਕਦਾ। ਸਤਿਗੁਰ ਦੀ ਗੁਰਬਾਣੀ ਇੰਨੀ ਵੱਡੀ ਅਮੋਲਕ ਹੈ, ਦੁਰਕੀ ਬਾਣੀ ਹੈ, ਇੰਨੀ ਸਤਿਕਾਰਯੋਗ ਹੈ ਸਤਿਗੁਰ ਦੀ ਗੁਰਬਾਣੀ। ਤੇ ਜੇਕਰ ਕੋਈ ਅੱਜ ਵੀ ਭਾਵਨਾ ਦੇ ਨਾਲ ਪੜ੍ਹੇ, ਉਚਾਰਨ ਕਰੇ, ਤੇ ਸਤਿਗੁਰ ਜੀ ਅੱਜ ਵੀ ਖਾਲੀ ਝੋਲੀਆਂ ਨੂੰ ਭਰ ਲੱਗਿਆਂ ਕਦਾਚਿਤ ਕੋਈ ਦੇਰ ਨਹੀਂ ਲਾਉਂਦੇ। ਪਰ ਯਾਦ ਰੱਖਿਓ ਕਿ ਆ ਪਿਆਰਿਓ, ਕਦੇ ਵੀ ਗੁਰੂ ਨਾਨਕ ਦੇ ਦਰ ਕਰ ਦੇ ਵਿੱਚ ਕੋਈ ਸੇਵਾ ਭਾਵਨਾ ਦੇ ਨਾਲ ਕਰਕੇ ਬਾਅਦ ਵਿੱਚ ਮਨ ਦੇ ਅੰਦਰੇ ਨਾ ਫੁਰਨਾ ਰੱਖੀ ਕਿ ਸਾਨੂੰ ਆਹ ਮਿਲ ਜੇ। ਸਤਿਗੁਰੂ ਜੀ ਨੂੰ ਪਤਾ ਮੇਰੇ ਸਿੱਖ ਨੂੰ ਕੀ ਚਾਹੀਦਾ, ਆਪ ਹੀ ਪ੍ਰਦਾਨ ਕਰ ਦਿੰਦੇ ਨੇ। ਜਿਵੇਂ ਮਾਂ ਪਿਓ ਨੂੰ ਪਤਾ ਸਾਡੇ ਧੀ ਪੁੱਤ ਨੂੰ ਕੀ ਚਾਹੀਦਾ, ਆਪਣੇ ਆਪ ਹੀ ਪ੍ਰਦਾਨ ਕਰ ਦਿੰਦੇ ਨੇ। ਸਤਿਗੁਰੂ ਜੀ ਜਾਣੀ ਜਾਣਨੇ, ਇਸ ਕਰਕੇ ਬੋਲ ਕੇ ਮੰਗਣ ਦੀ ਲੋੜ ਹੀ ਨਹੀਂ ਪੈਂਦੀ, ਆਪ ਹੀ ਝੋਲੀਆਂ ਭਰ ਦਿੰਦੇ। ਜਿਵੇਂ ਬਾਬਾ ਨਾਨਕ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਮਹਾਂਪੁਰਖਾਂ ਦੇ ਬਚਨ ਹੈ, ਉਹ ਕਹਿੰਦੇ ਭਾਈ ਸਿੱਖਾ ਕਰਮ ਕਰਦਾ ਜਾ, ਫਲ ਦੇਣਾ ਮਾਲਕ ਦੀ ਮੌਜ ਹੈ। ਬਸ ਕਰਮ ਸ਼ੁਭ ਕਰਮ ਕਰਦਾ ਜਾ, ਆਪਣੇ ਆਪ ਫਲ ਮਿਲੇਗਾ। ਸਤਿਗੁਰੂ ਜੀ ਕਿਰਪਾ ਕਰਨਗੇ। ਤਾਤੇ ਆਓ ਪਿਆਰੀ ਸੰਗਤ ਜੀ, ਉਹ ਸਮਾਂ ਜੋ ਸਮਾਪਤ ਹੋ ਚੁੱਕਿਆ, ਰਹਿੰਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਅੱਗੇ ਸਤਿਗੁਰੂ ਜੀ ਕੀ ਬਖਸ਼ਿਸ਼ ਰਹਿਮਤ ਕਰਦੇ ਨੇ, ਹੋਰ ਕਿਵੇਂ ਕਿਵੇਂ ਕੌਤਕ ਰਚਾਉਂਦੇ ਨੇ ਰੋਹੇਲੇ ਨਗਰ ਵਿਖੇ। ਅੱਗੇ ਸਤਿਗੁਰੂ ਜੀ ਕੀ ਬਖਸ਼ਿਸ਼ਾਂ ਕਰਦੇ ਨੇ, ਰਹਿੰਦੀ ਵਿਚਾਰ ਕੱਲ ਨੂੰ ਸਰਵਣ ਕਰਾਂਗੇ। ਅੱਜ ਦੀ ਵਿਚਾਰ ਇਥੋਂ ਤੱਕ ਪ੍ਰਵਾਨ ਕਰਨੀ। ਅੱਜ 10ਵੀਂ ਦਾ ਸ਼ੁਭ ਦਿਹਾੜਾ ਵੀ ਹੈ। ਇਸ ਸੰਬੰਧ ਵਿੱਚ ਆਪਣੇ ਗੁਰੂ ਘਰ ਗੁਰਦੁਆਰਾ ਸ਼ਹੀਦਗੜ੍ਹ ਵਿਖੇ ਤਕਰੀਬਨ 9 ਵਜੇ ਤੋਂ 10 ਵਜੇ ਤੱਕ ਗੁਰਬਾਣੀ ਦੇ ਕਥਾ ਕੀਰਤਨ ਦੇ ਵਿਚਾਰ ਹੋਣਗੇ। ਆਪ ਸੰਗਤਾਂ ਨੇ ਉਸ ਸਮੇਂ ਵੀ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ। ਉਪਰੰਤ ਗੁਰੂ ਕੇ ਲੰਗਰ ਟੁੱਟ ਵਰਤਣਗੇ। ਸਤਿਗੁਰੂ ਜੀ ਦੀ ਬਖਸ਼ਿਸ਼ ਰਹਿਮਤ ਹੋਵੇਗੀ। ਆਓ ਸਤਿਗੁਰ ਦੇ ਸਨਮੁਖ ਅਰਦਾਸ ਜੋਦੜੀ ਵਿੱਚ ਸ਼ਾਮਲ ਹੋਈਏ, ਸਤਿਗੁਰਾਂ ਦੀਆਂ ਕਿਰਪਾ ਪ੍ਰਾਪਤ ਕਰਨਾ ਕਰੀਏ। ਸਤਿਗੁਰੂ ਜੀ ਕਿਰਪਾ ਕਰਦੇ ਨੇ।